सब तो पहला सारिਆਂ ਨੂੰ प्यार भरी सत श्री अकाल। माई सैल्फ गुरबचन सिंह, मैथ मास्टर फ्रॉम गवर्नमेंट सीनियर सैकेंडरी स्कूल आजमवाला डिस्ट्रिक्ट फाजिलका। प्यारे बच्चों, अज असी जमात 8वीं विशा गणित अभ्यास 8.3 ਦੀ दोहराई करांगे ਅਤੇ ਸਾਡਾ ਸਭ ਤੋਂ ਪਹਿਲਾ ਟੌਪਿਕ ਹੈ ਮਿਸ਼ਰਿਤ ਵਿਆਸ। प्यारे बच्चों, सिंपल इंटरस्ट ਜਾਂ ਸਧਾਰਨ ਵਿਆਜ ਦੇ ਬਾਰੇ ਤੁਸੀਂ ਜੂਨੀਅਰ ਕਲਾਸਿਸ ਦੇ ਵਿੱਚ ਪੜ੍ਹ ਚੁੱਕੇ ਹੋ, ਪਰ ਫਿਰ ਵੀ ਅਸੀਂ ਇੱਕ ਉਦਾਹਰਨ ਦੇ ਰਾਹੀਂ ਸਮਝਦੇ ਹਾਂ। ਮੰਨ ਲਓ ਅਸੀਂ ਬੈਂਕ ਤੋਂ 1000 ਰੁਪਏ ਦਾ ਲੋਨ ਲੈਂਦੇ ਹਾਂ। ਬੈਂਕ ਤੋਂ 1000 ਰੁਪਏ ਦਾ ਲੋਨ ਲੈਂਦੇ ਹਾਂ ਅਤੇ ਅਸੀਂ ਬੈਂਕ ਨੂੰ ਕਹਿੰਦੇ ਹਾਂ ਕਿ ਅਸੀਂ ਇਹ ਲੋਨ 1 ਸਾਲ ਤੋਂ ਬਾਅਦ ਵਾਪਸ ਕਰ ਦੇਵਾਂਗੇ। ਹੁਣ ਜਦੋਂ ਅਸੀਂ ਲੋਨ ਵਾਪਸ ਕਰਾਂਗੇ ਤਾਂ ਸਾਨੂੰ ਉਸ ਦੇ ਨਾਲ ਕੁਝ ਰਾਸ਼ੀ ਵਿਆਜ ਦੇ ਰੂਪ ਵਿੱਚ ਦੇਣੀ ਪਵੇਗੀ। ਮੰਨ ਲਓ ਬੈਂਕ 10% ਵਿਆਜ ਲਗਾਉਂਦਾ ਹੈ, ਅਰਥਾਤ 10% ਵਿਆਜ ਲਗਾਉਂਦਾ ਹੈ, ਤਾਂ ਅਸੀਂ ਦੇਖਦੇ ਹਾਂ ਕਿ 1000 ਰੁਪਏ ਦਾ 10% ਅਰਥਾਤ 10% ਨੂੰ ਅਸੀਂ 10/100 ਲਿਖ ਲੈਂਦੇ ਹਾਂ। ਇਸ ਤਰ੍ਹਾਂ 20 ਨਾਲ ਕੱਟ ਜਾਂਦੀਆਂ ਹਨ ਅਤੇ 10 ਨੂੰ 10 ਨਾਲ ਗੁਣਾ ਕਰਨ ਤੇ 100। ਹੁਣ ਇਹ ਜੋ ਅਸੀਂ ਐਕਸਟਰਾ 100 ਰੁਪਇਆ ਦੇ ਰਹੇ ਹਾਂ, ਇਸੇ ਨੂੰ ਹੀ ਵਿਆਜ ਕਿਹਾ ਜਾਂਦਾ ਹੈ। ਹੁਣ ਸਾਨੂੰ 1000 ਰੁਪਏ ਦੀ ਜਗ੍ਹਾ ਤੇ 1000 ਪਲੱਸ 100 ਰੁਪਇਆ ਵਿਆਜ, 1000 ਪਲੱਸ 100 ਰੁਪਇਆ 1100 ਰੁਪਇਆ ਦੇਣਾ ਪਵੇਗਾ। प्यारे बच्चों, असी जो ये 1000 रुपया लोन लिया सी, इस नू मूलधन कहा जाता है अते जिन्ने प्रतिशत असी ब्याज दे रहे हां उस नू दर कहा जाता है अते जिन्ने साल लई असी लोन लेंदे हां उस नू समा कहा जाता है। आओ हुण कंपाउंड इंटरस्ट दे बारे एक उदाहरण राही समझदे हां। मान लो दो आदमी हन अते ਉਹ 10% ਦੀ ਦਰ ਦੇ ਨਾਲ 2 ਸਾਲ ਦੇ ਲਈ 1000 ਰੁਪਏ ਦਾ ਲੋਨ ਲੈਂਦੇ ਹਨ। ਪਹਿਲਾ ਆਦਮੀ ਸਿੰਪਲ ਇੰਟਰਸਟ ਤੇ ਲੋਨ ਲੈਂਦਾ ਹੈ ਅਤੇ ਦੂਸਰਾ ਆਦਮੀ ਕੰਪਾਊਂਡ ਇੰਟਰਸਟ ਤੇ ਲੋਨ ਲੈਂਦਾ ਹੈ। ਹੁਣ 1000 ਰੁਪਏ ਦਾ 10% ਦੇ ਹਿਸਾਬ ਨਾਲ 1 ਸਾਲ ਦਾ ਵਿਆਜ ਕੈਲਕੂਲੇਟ ਕਰਦੇ ਹਾਂ। 1000 ਦਾ 10% अर्थात 1000 गुणा 10/100, 2 0 ਕੱਟ ਦਿੰਦੇ ਹਾਂ। 10 ਨੂੰ 10 ਨਾਲ ਗੁਣਾ ਕਰਨ ਤੇ 100। ਇਸ ਤਰ੍ਹਾਂ ਪਹਿਲੇ ਸਾਲ ਦਾ ਵਿਆਜ 100 ਰੁਪਏ ਹੋਇਆ। ਹੁਣ ਪਹਿਲੇ ਸਾਲ ਦੇ ਅੰਤ ਵਿੱਚ ਜੋ ਰਾਸ਼ੀ ਹੋਵੇਗੀ 1000 ਮੂਲਧਨ ਪਲੱਸ ਵਿਆਜ 100 ਰੁਪਇਆ, ਇਸ ਤਰ੍ਹਾਂ ਰਾਸ਼ੀ 1100 ਰੁਪਏ ਹੋਵੇਗੀ। ਹੁਣ ਅਸੀਂ ਦੂਸਰੇ ਸਾਲ ਦਾ ਵਿਆਜ ਕੈਲਕੂਲੇਟ ਕਰਦੇ ਹਾਂ, ਅਰਥਾਤ 1000 ਦਾ 10% ਲਿਖਦੇ ਹਾਂ। 1000 ਗੁਣਾ 10/100। ਹੁਣ 2 0 ਨਾਲ ਕੱਟ ਜਾਂਦੀਆਂ ਹਨ। 10 ਨੂੰ 10 ਨਾਲ ਗੁਣਾ ਕਰਨ ਤੇ 100। ਇਸ ਤਰ੍ਹਾਂ ਦੂਸਰੇ ਸਾਲ ਦੇ ਅੰਤ ਵਿੱਚ ਜੋ ਰਾਸ਼ੀ ਹੋਵੇਗੀ ਉਹ 1100 ਪਲੱਸ 100 ਰੁਪਇਆ ਵਿਆਜ, ਇਸ ਤਰ੍ਹਾਂ 1200 ਹੋਵੇਗੀ। ਹੁਣ ਅਸੀਂ ਕੰਪਾਊਂਡ ਇੰਟਰਸਟ ਦੇ ਬਾਰੇ ਪੜ੍ਹਦੇ ਹਾਂ। 1 ਸਾਲ ਦੇ ਲਈ ਜੋ ਵਿਆਜ ਹੈ ਉਹ ਦੇਖਦੇ ਹਾਂ। 1000 ਦਾ 10% ਦੇ ਹਿਸਾਬ ਨਾਲ 2 0 ਨਾਲ ਕੱਟ ਜਾਂਦੀਆਂ ਹਨ। ਇਸ ਤਰ੍ਹਾਂ 10 ਨੂੰ 10 ਨਾਲ ਗੁਣਾ ਕਰਨ ਤੇ 100। ਹੁਣ 1 ਸਾਲ ਦੇ ਅੰਤ ਵਿੱਚ ਜੋ ਰਾਸ਼ੀ ਹੋਵੇਗੀ 1000 ਪਲੱਸ 100 ਰੁਪਇਆ ਵਿਆਜ बराबर 1000 प्लस 100 1100। प्यारे बच्चों, हुण एक गल ध्यान रखने योग है कि ये जो 1100 रुपया राशि आई है ये अगले साल का मूलधन होगा। सिंपल इंटरस्ट ਅਤੇ कंपाउंड इंटरस्ट ਦੇ ਵਿੱਚ ਇਹ फर्क है कि जो पहले साल की राशि है वो अगले साल ਦੇ ਲਈ मूलधन बन जाएगी। इस तरह ਅਸੀਂ दूसरे साल ਦਾ ਵਿਆਜ ਕੈਲਕੂਲੇਟ ਕਰਦੇ ਹਾਂ। 1100 ਦਾ 10%, 2 0 ਨਾਲ ਕੱਟ ਜਾਂਦੀਆਂ ਹਨ। ਇਸ ਤਰ੍ਹਾਂ 11 ਨੂੰ 10 ਨਾਲ ਗੁਣਾ ਕਰਨ ਤੇ 110 ਅਤੇ ਦੂਜੇ ਸਾਲ ਦੇ ਅੰਤ ਵਿੱਚ
जो राशि होगी 1100 प्लस 110 बराबर 1210 रुपए। इस तरह दूसरे साल के अंत विच जो कुल राशि होएगी वो 1210 रुपए होएगी। प्यारे बच्चों, हुण जे असीं कंपाउंड इंटरस्ट 10 साल दे लई कैलकुलेट करना होवे ਅਤੇ ਅਸੀਂ ਇਸ ਤਰ੍ਹਾਂ ਇੱਕ ਸਾਲ ਦਾ ਕੈਲਕੂਲੇਟ ਕਰੀਏ ਤਾਂ ਸਾਨੂੰ ਬਹੁਤ ਸਮਾਂ ਲੱਗ ਜਾਵੇਗਾ। ਇਸ ਤਰ੍ਹਾਂ ਦੀ ਵੱਡੀ ਕੈਲਕੂਲੇਸ਼ਨ ਨੂੰ ਕਰਨ ਦੇ ਲਈ ਇੱਕ ਫਾਰਮੂਲਾ ਹੁੰਦਾ ਹੈ ਜਿਸ ਨੂੰ ਅਸੀਂ ਮਿਸ਼ਰਿਤ ਵਿਆਜ ਜਾਂ ਕੰਪਾਊਂਡ ਇੰਟਰਸਟ ਪਤਾ ਕਰਨ ਦਾ ਫਾਰਮੂਲਾ ਕਹਿੰਦੇ ਹਾਂ। ਤੇ ਆਓ ਲਿਖਦੇ ਹਾਂ ਬਰਾਬਰ P ਗੁਣਾ 1 प्लस R बटा 100 घात N। प्यारे बच्चों, P जो कि मूलधन है, R जो कि दर है, N जो कि समा है। इस तरह ਅਸੀਂ ਇਸ ਫਾਰਮੂਲੇ ਦੀ ਹੈਲਪ ਦੇ ਨਾਲ ਕੰਪਾਊਂਡ ਇੰਟਰਸਟ ਜਾਂ ਮਿਸ਼ਰਿਤ ਵਿਆਜ ਪਤਾ ਕਰ ਸਕਦੇ ਹਾਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਸਧਾਰਨ ਵਿਆਜ ਅਤੇ ਮਿਸ਼ਰਿਤ ਵਿਆਜ ਦੇ ਕਨਸੈਪਟ ਸਮਝ ਆ ਗਏ ਹੋਣਗੇ। ਪਿਆਰੇ ਬੱਚਿਓ, ਆਓ ਸਧਾਰਨ ਵਿਆਜ ਦੇ ਨਾਲ ਸੰਬੰਧਿਤ ਅਸੀਂ ਉਦਾਹਰਣ ਨੰਬਰ 10 ਹੱਲ ਕਰਦੇ ਹਾਂ। 10,000 रुपए की राशि 15% सालाना ब्याज दर ते 2 साल लई उधार लई जाती है। इस राशि ते साधारण ब्याज अते 2 साल के अंत विच भुगतान की जाने वाली राशि पता करो। प्यारे बच्चों, सानू मूलधन जो कि 10,000 रुपए दिता गया है अते दर जो कि 15% दी गई है अते समा 2 साल लई दिता गया है। असी 2 साल के अंत विच भुगतान करने योग राशि पता करनी है। तो आओ पता करते हाँ। 10,000 रुपए ते 1 साल का ब्याज असी जानते हाँ 10,000 दा 15% सानू प्रश्न अनुसार दिता गया है बराबर 10,000 दा की जगह ते असी गुणा का निशान वरतते हाँ अते 15% लई 15 बटा 100 लिख लेंदे हाँ। हुण 2 0 नाल 2 0 कट दिंदे हाँ अते 15 नूं 100 नाल गुणा करन ते सानू 1500 प्राप्त हुंदा है। अर्थात 1 साल दे लई जो ब्याज होवेगा वो 1500 रुपए होवेगा। हुण असीं 2 साल दे लई ब्याज पता करना है क्योंकि सानू पता है कि असीं सधारण ब्याज पता करना है, इसलिए असीं 1500 नूं 2 नाल गुणा कर दिंदे हाँ। इस तरह साडे कोल 2 साल का ब्याज 1500 नूं 2 नाल गुणा करन ते 3000 आ जाता है। हुण असीं 2 साल के अंत विच भुगतान की जाने वाली राशि पता करनी है। प्यारे बच्चों, साडा मूलधन 10,000 रुपए सी अते ब्याज 3000 रुपए 2 साल लई है। इस तरह 10,000 विच 3000 जोड़न ते 13,000 अर्थात 2 साल के अंत विच भुगतान करन योग राशि 13,000 रुपए होवेगी। प्यारे बच्चों, इसे ही उदाहरण नूं असीं एक होर मैथड राहीं हल कर सकते हाँ। असीं 2 साल दे लई इकट्ठा सधारण ब्याज पता करन दे लई सधारण ब्याज का सूत्र जो कि मूलधन गुणा दर गुणा समा बटा 100 है, इसका उपयोग करांगे। सानू मूलधन 10,000 रुपए दिता है, दर 15% अते समा 2 साल दिता है। मूलधन 10,000 रुपया गुणा दर जो कि 15% अते समा जो कि 2 साल है बटा 100। हुण असीं 2 0 नाल कट दिंदे हाँ। इस तरह 100 नूं 15 नाल गुणा करन ते 1500 गुणा 2 अते हुण 1500 नूं 2 नाल गुणा करन ते 3000 प्राप्त होया। अर्थात 2 साल का ब्याज सानू इकट्ठा 3000 इस सूत्र राहीं प्राप्त हो गया। हुण असीं 2 साल के अंत विच भुगतान की जाने वाली राशि पता करनी है। इस तरह असीं लिखते हाँ राशि जो कि असीं मूलधन 10,000 रुपए विच ब्याज 3000 जोड़ के प्राप्त करते हाँ अते 10,000 विच 3000 जोड़न ते 13,000। इस तरह 2 साल के अंत विच भुगतान की जाने वाली राशि होवेगी।
ਪਿਆਰੇ ਬੱਚਿਓ, ਆਓ ਉਦਾਹਰਣ ਨੰਬਰ 12 ਕਰਦੇ ਹਾਂ। ਜੇਕਰ ਵਿਆਜ ਛਮਾਹੀ ਹੁੰਦਾ ਹੈ ਤਾਂ 1/2 ਅਰਥਾਤ 1.5 ਸਾਲ ਦੇ ਲਈ 10% ਸਾਲਾਨਾ ਦਰ ਤੇ ਉਧਾਰ ਲਏ ਗਏ 12,000 ਰੁਪਏ ਦੇ ਕਰਜ਼ ਦਾ ਭੁਗਤਾਨ ਕਰਨ ਲਈ ਕਿੰਨੀ ਰਾਸ਼ੀ ਦੇਣੀ ਪਵੇਗੀ। ਪਿਆਰੇ ਬੱਚਿਓ, ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ ਵਿਆਜ ਛਮਾਹੀ ਹੁੰਦਾ ਹੈ, ਅਰਥਾਤ ਹਰੇਕ 6 ਮਹੀਨੇ ਦੇ ਬਾਅਦ ਵਿਆਜ ਜੁੜਦਾ ਹੈ ਅਤੇ ਸਮਾਂ ਸਾਨੂੰ 1/2 ਅਰਥਾਤ 1.5 ਸਾਲ ਦਾ ਸਮਾਂ ਦਿੱਤਾ ਹੋਇਆ ਹੈ, ਜਦੋਂ ਕਿ ਦਰ ਸਾਨੂੰ 10% ਸਾਲਾਨਾ ਦਿੱਤੀ ਹੋਈ ਹੈ। ਹੁਣ ਅਸੀਂ ਕੁੱਲ ਰਾਸ਼ੀ ਪਤਾ ਕਰਨੀ ਹੈ ਅਤੇ ਕੁੱਲ ਰਾਸ਼ੀ ਪਤਾ ਕਰਨ ਦੇ ਲਈ ਅਸੀਂ ਲਿਖਦੇ ਹਾਂ ਮੂਲਧਨ, ਜੋ ਕਿ ਪ੍ਰਿੰਸੀਪਲ ਹੁੰਦਾ ਹੈ, ਜਿਸ ਨੂੰ ਅਸੀਂ P ਨਾਲ ਲਿਖਦੇ ਹਾਂ, ਬਰਾਬਰ ਸਾਨੂੰ 12,000 ਰੁਪਏ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਸਮਾਂ, ਜਿਸ ਨੂੰ ਅਸੀਂ N ਦੇ ਨਾਲ ਲਿਖਦੇ ਹਾਂ ਅਤੇ ਸਮਾਂ ਸਾਨੂੰ 1/2 ਸਾਲ ਦਿੱਤਾ ਹੋਇਆ ਹੈ। ਪਿਆਰੇ ਬੱਚਿਓ, ਕਿਉਂਕਿ ਵਿਆਜ ਛਮਾਹੀ ਜੁੜਦਾ ਹੈ, ਇਸ ਲਈ ਅਸੀਂ ਜੋ ਸਾਨੂੰ ਸਮਾਂ ਦਿੱਤਾ ਗਿਆ ਹੈ ਇਹ ਸਾਲਾਂ ਵਿੱਚ ਹੈ, ਇਸ ਨੂੰ ਅਸੀਂ ਛਮਾਹੀਆਂ ਵਿੱਚ ਬਦਲ ਲਵਾਂਗੇ ਅਤੇ ਅਸੀਂ ਜਾਣਦੇ ਹਾਂ ਕਿ 1.5 ਸਾਲ ਦੇ ਵਿੱਚ 3 ਛਮਾਹੀਆਂ ਹੁੰਦੀਆਂ ਹਨ। 1.5 ਸਾਲ ਵਿੱਚ 3 ਛਮਾਹੀਆਂ ਹੁੰਦੀਆਂ ਹਨ। ਇਸ ਤਰ੍ਹਾਂ ਅਸੀਂ ਲਿਖਦੇ ਹਾਂ 3 ਛਮਾਹੀਆਂ ਅਤੇ ਦਰ, ਜਿਸ ਨੂੰ ਅਸੀਂ R ਦੇ ਨਾਲ ਲਿਖਦੇ ਹਾਂ ਅਤੇ ਦਰ ਸਾਨੂੰ 10% ਸਾਲਾਨਾ ਦਿੱਤੀ ਹੋਈ ਹੈ। ਅਤੇ ਪਿਆਰੇ ਬੱਚਿਓ, ਦਰ ਨੂੰ ਹੀ ਅਸੀਂ ਛਮਾਹੀਆਂ ਵਿੱਚ ਬਦਲਾਂਗੇ ਅਤੇ ਅਸੀਂ ਜਾਣਦੇ ਹਾਂ 1 ਸਾਲ ਦੇ ਵਿੱਚ 2 ਛਮਾਹੀਆਂ ਹੁੰਦੀਆਂ ਹਨ, ਇਸ ਲਈ ਅਸੀਂ 10 ਨੂੰ 2 ਨਾਲ ਭਾਗ ਕਰ ਦਿੰਦੇ ਹਾਂ। ਇਸ ਤਰ੍ਹਾਂ 5% ਛਮਾਹੀ ਸਾਨੂੰ ਦਰ ਪ੍ਰਾਪਤ ਹੁੰਦੀ ਹੈ। ਹੁਣ ਅਸੀਂ ਕੁੱਲ ਰਾਸ਼ੀ ਪਤਾ ਕਰਨ ਦੇ ਲਈ ਜਾਣਦੇ ਹਾਂ ਕੁੱਲ ਰਾਸ਼ੀ, ਜਿਸ ਦਾ ਸੂਤਰ ਅਸੀਂ ਜਾਣਦੇ ਹਾਂ, ਬਰਾਬਰ P ਗੁਣਾ 1 plus R ਬਟਾ 100 ਘਾਤ N। ਪਿਆਰੇ ਬੱਚਿਓ, P ਦਾ ਮੁੱਲ ਸਾਨੂੰ 12,000 ਰੁਪਏ ਦਿੱਤਾ ਹੋਇਆ ਹੈ। 1 plus R ਦਾ ਮੁੱਲ 5% ਅਰਥਾਤ 5 ਬਟਾ 100 ਅਤੇ N ਦਾ ਮੁੱਲ, ਜੋ ਕਿ ਸਾਨੂੰ 3 ਛਮਾਹੀਆਂ 3 ਦਿੱਤਾ ਹੋਇਆ ਹੈ। ਇਸ ਤਰ੍ਹਾਂ 12,000 ਗੁਣਾ 1 plus 5 ਦੇ ਪਹਾੜੇ ਤੇ ਅਸੀਂ 100 ਨੂੰ ਕੱਟ ਦਿੰਦੇ ਹਾਂ ਅਤੇ ਸਾਨੂੰ 20 ਪ੍ਰਾਪਤ ਹੁੰਦਾ ਹੈ। ਹੁਣ ਅਸੀਂ ਲਿਖਦੇ ਹਾਂ 1/20 ਘਾਤ 3। ਇਸ ਤਰ੍ਹਾਂ ਕੁੱਲ ਰਾਸ਼ੀ ਬਰਾਬਰ 12,000 ਗੁਣਾ 1 plus 1/20 ਘਾਤ 3 ਬਰਾਬਰ 12,000 ਗੁਣਾ, ਹੁਣ ਅਸੀਂ 1/20 ਅਤੇ 1 ਦਾ ਐਲਸੀਅਮ 20 ਲੈ ਲੈਂਦੇ ਹਾਂ। ਅਸੀਂ ਜਾਣਦੇ ਹਾਂ 1 ਦਾ ਬਟਾ 1 ਹੈ ਅਤੇ 1 ਦੇ ਪਹਾੜੇ ਤੇ 20 ਨੂੰ ਭਾਗ ਕਰਨ ਤੇ 20 ਅਤੇ 20 ਨੂੰ 1 ਨਾਲ ਗੁਣਾ ਕਰਨ ਤੇ 20 ਪ੍ਰਾਪਤ ਹੁੰਦਾ ਹੈ। ਹੁਣ 20 ਨੂੰ 20 ਨਾਲ ਭਾਗ ਕਰਨ ਤੇ 1 ਅਤੇ 1 ਨੂੰ 1 ਨਾਲ ਗੁਣਾ ਕਰਨ ਤੇ 1 ਘਾਤ 3। 12,000 ਗੁਣਾ 20 ਵਿੱਚ 1 ਜੋੜਨ ਤੇ 21/20 ਘਾਤ 3। ਪਿਆਰੇ ਬੱਚਿਓ, ਅਸੀਂ ਲਿਖਦੇ ਹਾਂ 12,000 ਅਤੇ 21/20 ਨੂੰ ਅਸੀਂ 3 ਵਾਰ ਗੁਣਾ ਕਰਾਂਗੇ। 21/20 21/20 ਗੁਣਾ 21/20, ਕਿਉਂਕਿ ਸਾਨੂੰ ਘਾਤ 3 ਦਿੱਤੀ ਹੋਈ ਹੈ। ਹੁਣ ਅਸੀਂ 1 0 ਦੇ ਨਾਲ 1 0 ਕੱਟ ਦਿੰਦੇ ਹਾਂ, ਇਸ 0 ਨਾਲ ਇਸ 0 ਨੂੰ ਕੱਟ ਦਿੰਦੇ ਹਾਂ ਅਤੇ ਇਸ 0 ਨੂੰ ਇਸ 0 ਨਾਲ ਕੱਟ ਦਿੰਦੇ ਹਾਂ। ਪਿਆਰੇ ਬੱਚਿਓ, 2 ਦੇ ਪਹਾੜੇ ਤੇ 12 ਨੂੰ ਕੱਟਣ ਤੇ 6 ਅਤੇ 2 ਦੇ ਪਹਾੜੇ ਤੇ 6 ਨੂੰ ਕੱਟਣ ਤੇ 3। ਇਸ ਤਰ੍ਹਾਂ ਸਾਡੇ ਕੋਲ 3 ਗੁਣਾ 21 ਗੁਣਾ 21 ਗੁਣਾ 21 ਬਟਾ 2 ਬਚ ਜਾਂਦਾ ਹੈ। ਹੁਣ ਅਸੀਂ 3 ਨੂੰ 21 ਨਾਲ ਗੁਣਾ ਕਰਦੇ ਹਾਂ ਅਤੇ ਜੋ ਉੱਤਰ ਆਵੇਗਾ ਉਸ ਨੂੰ 21 ਨਾਲ ਫਿਰ ਗੁਣਾ ਕਰਾਂਗੇ ਅਤੇ ਫਿਰ ਜੋ ਉੱਤਰ ਆਏਗਾ ਉਸ ਨੂੰ 21 ਨਾਲ ਗੁਣਾ ਕਰਾਂਗੇ। ਇਸ ਤਰ੍ਹਾਂ ਸਾਨੂੰ 27,783 ਪ੍ਰਾਪਤ ਹੁੰਦਾ ਹੈ ਬਟਾ 2। ਹੁਣ 2 ਦੇ ਪਹਾੜੇ ਤੇ 27,783 ਨੂੰ ਭਾਗ ਕਰਨ ਤੇ
13,891.5 ਪ੍ਰਾਪਤ ਹੁੰਦਾ ਹੈ। ਕੁੱਲ ਰਾਸ਼ੀ 13,891 ਰੁਪਏ 50 ਪੈਸੇ ਪ੍ਰਾਪਤ ਹੋਈ। ਪਿਆਰੇ ਬੱਚਿਓ, ਆਓ ਉਦਾਹਰਣ ਨੰਬਰ 13 ਹੱਲ ਕਰੀਏ। 10,000 ਰੁਪਏ ਦੀ ਰਾਸ਼ੀ ਦਾ 1 ਸਾਲ ਅਤੇ 3 ਮਹੀਨੇ ਦੇ ਲਈ 8.1/2% ਸਾਲਾਨਾ ਦਰ ਨਾਲ ਨਿਵੇਸ਼ ਕਰਨ ਤੇ ਮਿਸ਼ਰਿਤ ਵਿਆਜ ਪਤਾ ਕਰੋ ਜਦੋਂ ਕਿ ਵਿਆਜ ਸਾਲਾਨਾ ਲੱਗਦਾ ਹੋਵੇ। ਪਿਆਰੇ ਬੱਚਿਓ, ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ 10,000 ਰੁਪਏ ਦੀ ਰਾਸ਼ੀ 1 ਸਾਲ ਅਤੇ 3 ਮਹੀਨੇ ਦੇ ਲਈ 8.1/2% ਸਾਲਾਨਾ ਦਰ ਦੇ ਨਾਲ ਨਿਵੇਸ਼ ਕੀਤੀ ਜਾਂਦੀ ਹੈ ਅਤੇ ਅਸੀਂ ਉਸ ਰਾਸ਼ੀ ਦਾ ਮਿਸ਼ਰਿਤ ਵਿਆਜ ਪਤਾ ਕਰਨਾ ਹੈ। ਪਿਆਰੇ ਬੱਚਿਓ, ਮਿਸ਼ਰਿਤ ਵਿਆਜ ਪਤਾ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ 10,000 ਰੁਪਏ ਦੀ ਰਾਸ਼ੀ ਦਾ 1 ਸਾਲ ਦੇ ਲਈ 8.1/2 ਸਾਲਾਨਾ ਦਰ ਦੇ ਨਾਲ ਸਧਾਰਨ ਵਿਆਜ ਪਤਾ ਕਰਾਂਗੇ ਅਤੇ ਉਸ ਵਿਆਜ ਨੂੰ ਅਸੀਂ ਮੂਲ ਧਨ ਦੇ ਵਿੱਚ ਜੋੜ ਕੇ ਅਗਲੇ 3 ਮਹੀਨੇ ਦੇ ਲਈ ਫਿਰ ਵਿਆਜ ਪਤਾ ਕਰਾਂਗੇ। ਤਾਂ ਆਓ ਕਰਦੇ ਹਾਂ। ਸਾਨੂੰ ਮੂਲ ਧਨ 10,000 ਰੁਪਏ ਦਿੱਤਾ ਹੋਇਆ ਹੈ ਅਤੇ ਸਮਾਂ ਜੋ ਕਿ 1 ਸਾਲ ਅਤੇ 3 ਮਹੀਨੇ ਹੈ। ਪਿਆਰੇ ਬੱਚਿਓ, ਅਸੀਂ ਸਭ ਤੋਂ ਪਹਿਲਾਂ ਅਸੀਂ 3 ਮਹੀਨੇ ਦੇ ਸਮੇਂ ਨੂੰ ਸਾਲ ਵਿੱਚ ਤਬਦੀਲ ਕਰਾਂਗੇ ਕਿਉਂਕਿ ਵਿਆਜ ਸਾਲਾਨਾ ਲੱਗਦਾ ਹੈ। ਇਸ ਲਈ ਅਸੀਂ 3 ਮਹੀਨੇ ਦੇ ਸਮੇਂ ਨੂੰ 3/12 ਲਿਖ ਲੈਂਦੇ ਹਾਂ ਕਿਉਂਕਿ 1 ਸਾਲ ਦੇ ਵਿੱਚ 12 ਮਹੀਨੇ ਹੁੰਦੇ ਹਨ। ਇਸ ਲਈ ਅਸੀਂ 12 ਨਾਲ ਭਾਗ ਕਰ ਦਿੰਦੇ ਹਾਂ। ਇਸ ਲਈ 3 ਮਹੀਨੇ ਦਾ ਸਮਾਂ ਸਾਲ ਵਿੱਚ ਬਦਲ ਜਾਂਦਾ ਹੈ। ਹੁਣ ਅਸੀਂ 3 ਦੇ ਪਹਾੜੇ ਤੇ 12 ਨੂੰ ਕੱਟ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਕੋਲ 1/4 ਸਾਲ ਬਣ ਜਾਂਦਾ ਹੈ। ਹੁਣ ਸਾਡੇ ਕੋਲ ਕੁੱਲ ਸਮਾਂ 1 ਸਾਲ ਜੋ ਪਹਿਲਾਂ ਸੀ ਅਤੇ 1/4 ਸਾਲ ਹੁਣ ਪ੍ਰਾਪਤ ਹੋਇਆ। ਇਸ ਤਰ੍ਹਾਂ ਕੁੱਲ ਸਮਾਂ ਸਾਡੇ ਕੋਲ 1/4 ਸਾਲ ਪ੍ਰਾਪਤ ਹੋਇਆ ਅਤੇ ਸਾਨੂੰ ਸਾਲਾਨਾ ਦਰ ਜੋ ਕਿ ਸਾਨੂੰ 8.1/2% ਸਾਲਾਨਾ ਦਿੱਤੀ ਹੋਈ ਹੈ ਅਤੇ ਅਸੀਂ ਇਸ ਨੂੰ ਥੋੜਾ ਹੱਲ ਕਰ ਲੈਂਦੇ ਹਾਂ। 2 ਨੂੰ 8 ਨਾਲ ਗੁਣਾ ਕਰਨ ਤੇ 16 ਅਤੇ 16 ਦੇ ਵਿੱਚ 1 ਜੋੜਨ ਤੇ 17/2। ਇਸ ਤਰ੍ਹਾਂ ਦਰ ਸਾਨੂੰ 17/2% ਪ੍ਰਾਪਤ ਹੋਈ। ਹੁਣ ਅਸੀਂ ਪਹਿਲੇ ਸਾਲ ਦੇ ਲਈ ਵਿਆਜ ਪਤਾ ਕਰਦੇ ਹਾਂ ਅਤੇ ਵਿਆਜ ਪਤਾ ਕਰਨ ਦੇ ਲਈ ਅਸੀਂ ਜਾਣਦੇ ਹਾਂ ਮੂਲਧਨ ਜੋ ਕਿ ਸਾਨੂੰ 10,000 ਦਿੱਤਾ ਹੋਇਆ ਹੈ ਗੁਣਾ ਦਰ ਜੋ ਕਿ 17/2 ਹੈ ਅਤੇ ਗੁਣਾ ਸਮਾਂ ਜੋ ਕਿ 1 ਸਾਲ ਹੈ ਬਟਾ 100। 20 ਨਾਲ ਕੱਟ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਕੋਲ 100 ਗੁਣਾ 17/2 ਪ੍ਰਾਪਤ ਹੁੰਦਾ ਹੈ। 2 ਦੇ ਪਹਾੜੇ ਤੇ 100 ਨੂੰ ਕੱਟਣ ਤੇ 50 ਅਤੇ 50 ਨੂੰ 17 ਨਾਲ ਗੁਣਾ ਕਰਨ ਤੇ ਸਾਨੂੰ 850 ਰੁਪਏ ਪ੍ਰਾਪਤ ਹੁੰਦੇ ਹਨ। ਅਰਥਾਤ ਪਹਿਲੇ ਸਾਲ ਦੇ ਲਈ ਵਿਆਜ 850 ਰੁਪਏ ਪ੍ਰਾਪਤ ਹੋਇਆ। ਹੁਣ ਪਹਿਲੇ ਸਾਲ ਦੇ ਅੰਤ ਵਿੱਚ ਕੁੱਲ ਰਾਸ਼ੀ ਪਤਾ ਕਰਦੇ ਹਾਂ ਜੋ ਕਿ ਮੂਲਧਨ 10,000 ਰੁਪਏ ਦੇ ਵਿੱਚ ਵਿਆਜ 850 ਰੁਪਏ ਜੋੜਨ ਤੇ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਸਾਨੂੰ ਪ੍ਰਾਪਤ ਹੋਇਆ 10,850। ਪਿਆਰੇ ਬੱਚਿਓ, ਇਹ ਜੋ ਰਾਸ਼ੀ ਸਾਨੂੰ 10,850 ਰੁਪਏ ਪ੍ਰਾਪਤ ਹੋਈ ਹੈ ਇਹ ਅਗਲੇ 1/4 ਸਾਲ ਦੇ ਲਈ ਮੂਲਧਨ ਦਾ ਕੰਮ ਕਰੇਗੀ। ਤਾਂ ਆਓ ਅਸੀਂ ਅਗਲੇ 1/4 ਸਾਲ ਲਈ ਵਿਆਜ ਪਤਾ ਕਰੀਏ। बराबर मूलधन 10,850 गुणा दर 17/2 जो कि सानू दिता होया है अते समा 1/4/100। प्यारे बच्चों 1 0 नाल 1 0 कट देंदे हां। 1085 गुणा 17/10 गुणा 2 ਨੂੰ ਅਸੀਂ ਥੱਲੇ ਲਿਖ ਲੈਂਦੇ ਹਾਂ गुणा 4। ਹੁਣ ਅਸੀਂ 1085 ਨੂੰ 17 ਨਾਲ ਗੁਣਾ ਕਰਦੇ ਹਾਂ ਅਤੇ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ 18,445
ਬਟਾ 10 ਨੂੰ 2 ਨਾਲ ਗੁਣਾ ਕਰਨ ਤੇ 20 ਅਤੇ 20 ਨੂੰ 4 ਨਾਲ ਗੁਣਾ ਕਰਨ ਤੇ 80। ਹੁਣ 18445 ਨੂੰ 80 ਨਾਲ ਭਾਗ ਕਰਨ ਤੇ ਸਾਨੂੰ 230 ਰੁਪਏ 56 ਪੈਸੇ ਪ੍ਰਾਪਤ ਹੁੰਦੇ ਹਨ। ਅਰਥਾਤ 1/4 ਸਾਲ ਲਈ ਵਿਆਜ ਸਾਨੂੰ 230 ਰੁਪਏ 56 ਪੈਸੇ ਪ੍ਰਾਪਤ ਹੋਇਆ। ਹੁਣ ਮਿਸ਼ਰਤ ਵਿਆਜ ਜੋ ਕਿ ਅਸੀਂ ਪਹਿਲੇ ਸਾਲ ਦਾ ਵਿਆਜ 850 ਰੁਪਏ ਵਿੱਚ 1/4 ਸਾਲ ਲਈ ਵਿਆਜ 230 ਰੁਪਏ 56 ਪੈਸੇ ਜੋੜ ਕੇ ਪ੍ਰਾਪਤ ਕਰਦੇ ਹਾਂ। ਇਸ ਤਰ੍ਹਾਂ ਅਸੀਂ 850 ਵਿੱਚ 230 ਰੁਪਏ 56 ਪੈਸੇ ਜੋੜਦੇ ਹਾਂ, 1080 ਰੁਪਏ 56 ਪੈਸੇ ਸਾਨੂੰ ਮਿਸ਼ਰਤ ਵਿਆਜ ਪ੍ਰਾਪਤ ਹੋਇਆ। ਆਓ ਉਦਾਹਰਣ ਨੰਬਰ 14 ਹੱਲ ਕਰੀਏ। ਸਾਲ 1997 ਵਿੱਚ ਕਿਸੇ ਸ਼ਹਿਰ ਦੀ ਜਨਸੰਖਿਆ 20,000 ਸੀ। ਇਸ ਵਿੱਚ 5% ਸਾਲਾਨਾ ਦਰ ਨਾਲ ਵਾਧਾ ਹੋਇਆ। ਸਾਲ 2000 ਦੇ ਅੰਤ ਵਿੱਚ ਸ਼ਹਿਰ ਦੀ ਜਨਸੰਖਿਆ ਪਤਾ ਕਰੋ। ਪਿਆਰੇ ਬੱਚਿਓ, ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ ਸਾਲ 1997 ਵਿੱਚ ਕਿਸੇ ਸ਼ਹਿਰ ਦੀ ਜਨਸੰਖਿਆ 20,000 ਸੀ ਅਤੇ ਇਸ ਵਿੱਚ 5% ਸਾਲਾਨਾ ਦਰ ਦੇ ਨਾਲ ਵਾਧਾ ਹੋਇਆ। ਅਸੀਂ ਸਾਲ 2000 ਤੱਕ ਕੁੱਲ ਜਨਸੰਖਿਆ ਪਤਾ ਕਰਨੀ ਹੈ, ਤਾਂ ਆਓ ਕਰਦੇ ਹਾਂ। ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ ਸਾਲ 1997 ਵਿੱਚ ਕਿਸੇ ਸ਼ਹਿਰ ਦੀ ਜਨਸੰਖਿਆ 20,000 ਸੀ। ਪਿਆਰੇ ਬੱਚਿਓ, ਜੇ ਸਾਲ 1997 ਦੇ ਅੰਤ ਤੱਕ ਇਹ ਜਨਸੰਖਿਆ 20,000 ਸੀ ਤਾਂ ਸਾਲ 1998 ਦੀ ਸ਼ੁਰੂਆਤ ਵਿੱਚ ਵੀ ਇਹ ਜਨਸੰਖਿਆ 20,000 ਹੋਵੇਗੀ। ਇਸ ਲਈ ਅਸੀਂ ਇਸ ਜਨਸੰਖਿਆ ਨੂੰ ਮੂਲ ਧਨ ਮੰਨ ਲੈਂਦੇ ਹਾਂ। ਇਸ ਲਈ ਸਾਡਾ ਮੂਲ ਧਨ 20,000 ਹੋਇਆ। ਹੁਣ ਸਾਨੂੰ ਸਮਾਂ ਜੋ ਕਿ ਸਾਲ 1998 ਦੀ ਸ਼ੁਰੂਆਤ ਤੋਂ 2000 ਦੇ ਅੰਤ ਤੱਕ ਦਿੱਤਾ ਹੋਇਆ ਹੈ, ਇਸ ਲਈ ਅਸੀਂ ਸਮਾਂ ਲਿਖ ਲੈਂਦੇ ਹਾਂ 3 ਸਾਲ ਅਤੇ ਦਰ ਸਾਨੂੰ 5% ਸਾਲਾਨਾ ਦਿੱਤੀ ਹੋਈ ਹੈ, ਇਸ ਲਈ ਲਿਖਦੇ ਹਾਂ 5% ਸਾਲਾਨਾ। ਹੁਣ ਅਸੀਂ ਸਾਲ 2000 ਦੇ ਅੰਤ ਵਿੱਚ ਕੁੱਲ ਜਨਸੰਖਿਆ ਪਤਾ ਕਰਨ ਲਈ ਲਿਖਦੇ ਹਾਂ ਸਾਲ 2000 ਦੇ ਅੰਤ ਤੱਕ ਕੁੱਲ ਜਨਸੰਖਿਆ। ਇਸ ਲਈ ਅਸੀਂ ਲਿਖਦੇ ਹਾਂ P ਗੁਣਾ 1 plus R ਬਟਾ 100 ਘਾਤ n। ਪਿਆਰੇ ਬੱਚਿਓ, ਅਸੀਂ P ਅਰਥਾਤ ਪ੍ਰਿੰਸੀਪਲ ਜਾਂ ਮੂਲਧਨ ਜੋ ਕਿ ਸਾਨੂੰ 20,000 ਦਿੱਤਾ ਹੈ ਲਿਖ ਲੈਂਦੇ ਹਾਂ। 1 plus R ਜੋ ਕਿ ਸਾਨੂੰ ਦਰ 5% ਦਿੱਤੀ ਹੋਈ ਹੈ ਲਿਖ ਲੈਂਦੇ ਹਾਂ ਅਤੇ n ਜੋ ਕਿ ਸਾਨੂੰ ਸਮਾਂ 3 ਸਾਲ ਦਿੱਤਾ ਹੈ ਇਹ ਭਰ ਦਿੰਦੇ ਹਾਂ। ਇਸ ਤਰ੍ਹਾਂ 20,000। ਹੁਣ 5 ਦੇ ਪਹਾੜੇ ਤੇ 100 ਨੂੰ ਕੱਟਣ ਤੇ 20, ਇਸ ਤਰ੍ਹਾਂ ਸਾਨੂੰ ਪ੍ਰਾਪਤ ਹੋਇਆ 1 plus 1/20 ਘਾਤ 3। ਹੁਣ ਅਸੀਂ ਲਿਖਦੇ ਹਾਂ 20,000। ਅਸੀਂ 1 ਅਤੇ 1/20 ਦਾ ਜੋੜ ਕਰਦੇ ਹਾਂ, ਇਸ ਲਈ ਅਸੀਂ LCM 20 ਲਿਖ ਲੈਂਦੇ ਹਾਂ। ਅਸੀਂ ਜਾਣਦੇ ਹਾਂ ਕਿ 1 ਦਾ ਬਟਾ 1 ਹੈ, ਇਸ ਲਈ 1 ਦੇ ਪਹਾੜੇ ਤੇ 20 ਨੂੰ ਭਾਗ ਕਰਨ ਤੇ 20 ਅਤੇ 20 ਨੂੰ 1 ਨਾਲ ਗੁਣਾ ਕਰਨ ਤੇ ਸਾਨੂੰ 20 ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ 20 ਨੂੰ 20 ਨਾਲ ਭਾਗ ਕਰਨ ਤੇ 1 ਅਤੇ 1 ਨੂੰ 1 ਨਾਲ ਗੁਣਾ ਕਰਨ ਤੇ ਸਾਨੂੰ 1 ਪ੍ਰਾਪਤ ਹੁੰਦਾ ਹੈ ਘਾਤ 3। ਹੁਣ ਅਸੀਂ 20,000 ਗੁਣਾ 21/20 ਦੀ ਘਾਤ 3 ਲਿਖ ਲੈਂਦੇ ਹਾਂ। ਹੁਣ ਅਸੀਂ 20,000 ਗੁਣਾ 21/20 ਦੀ ਘਾਤ 3 ਹੋਣ ਕਰਕੇ 21/20 ਨੂੰ 3 ਵਾਰ ਗੁਣਾ ਵਿੱਚ ਲਿਖ ਲੈਂਦੇ ਹਾਂ ਅਤੇ ਅਸੀਂ 0 ਨਾਲ 0 ਕੱਟ ਦਿੰਦੇ ਹਾਂ, ਇਸ 0 ਨਾਲ ਇਸ 0 ਨੂੰ ਕੱਟ ਦਿੰਦੇ ਹਾਂ, ਇਸ 0 ਨਾਲ ਇਸ 0 ਨੂੰ ਕੱਟ ਦਿੰਦੇ ਹਾਂ ਅਤੇ 2 ਦੇ ਪਹਾੜੇ ਤੇ 20 ਨੂੰ ਕੱਟਣ ਤੇ 10 ਅਤੇ ਫਿਰ 2 ਦੇ ਪਹਾੜੇ ਤੇ 10 ਨੂੰ ਕੱਟਣ ਤੇ 5। ਇਸ ਤਰ੍ਹਾਂ 5 ਗੁਣਾ 21 ਗੁਣਾ 21 ਗੁਣਾ 21/2 ਪ੍ਰਾਪਤ ਹੋਇਆ। ਹੁਣ 5 ਨੂੰ 21 ਨਾਲ ਅਤੇ ਜੋ ਉੱਤਰ ਆਵੇਗਾ ਉਸ ਨੂੰ 21 ਨਾਲ ਅਤੇ ਫਿਰ ਜੋ ਉੱਤਰ ਆਏਗਾ ਉਸ ਨੂੰ 21 ਨਾਲ ਗੁਣਾ ਕਰਨ ਤੇ 46,000
46305 ਪ੍ਰਾਪਤ ਹੋਇਆ ਬਟਾ 2। ਹੁਣ 46305 ਨੂੰ 2 ਨਾਲ ਭਾਗ ਕਰਨ ਤੇ ਸਾਨੂੰ 23152.5। ਹੁਣ ਅਸੀਂ ਇਸ ਸੰਖਿਆ ਨੂੰ ਰਾਉਂਡ ਆਫ ਕਰ ਦਿੰਦੇ ਹਾਂ, ਇਸ ਲਈ ਸਾਡੇ ਕੋਲ 23153 ਆ ਜਾਂਦਾ ਹੈ। ਅਰਥਾਤ ਸਾਲ 2000 ਦੇ ਅੰਤ ਤੱਕ ਜੋ ਕੁੱਲ ਜਨਸੰਖਿਆ 23153 ਹੋਵੇਗੀ। ਪਿਆਰੇ ਬੱਚਿਓ, ਆਓ ਉਦਾਹਰਣ ਨੰਬਰ 15 ਕਰਦੇ ਹਾਂ। ਇੱਕ ਟੀਵੀ 21000 ਰੁਪਏ ਵਿੱਚ ਖਰੀਦਿਆ ਗਿਆ। 1 ਸਾਲ ਬਾਅਦ ਟੀਵੀ ਦਾ ਮੁੱਲ 5% ਘੱਟ ਹੋ ਗਿਆ। 1 ਸਾਲ ਬਾਅਦ ਟੀਵੀ ਦਾ ਮੁੱਲ ਪਤਾ ਕਰੋ। ਪਿਆਰੇ ਬੱਚਿਓ, ਸਾਨੂੰ ਪ੍ਰਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿ ਇੱਕ ਟੀਵੀ 21000 ਰੁਪਏ ਵਿੱਚ ਖਰੀਦਿਆ ਗਿਆ ਅਤੇ 1 ਸਾਲ ਬਾਅਦ ਉਸ ਦਾ ਮੁੱਲ 5% ਘੱਟ ਹੋ ਗਿਆ। ਹੁਣ ਅਸੀਂ 1 ਸਾਲ ਬਾਅਦ ਟੀਵੀ ਦਾ ਮੁੱਲ ਪਤਾ ਕਰਨਾ ਹੈ, ਅਰਥਾਤ 1 ਸਾਲ ਬਾਅਦ ਟੀਵੀ ਦੀ ਕਿੰਨੀ ਕੀਮਤ ਰਹਿ ਗਈ। ਤਾਂ ਆਓ ਕਰਦੇ ਹਾਂ। ਸਾਨੂੰ ਜੋ ਮੂਲਧਨ ਦਿੱਤਾ ਹੋਇਆ ਹੈ ਉਹ 21000 ਰੁਪਏ ਹੈ, ਕਿਉਂਕਿ 21000 ਰੁਪਏ ਵਿੱਚ ਟੀਵੀ ਖਰੀਦਿਆ ਗਿਆ ਸੀ ਅਤੇ ਮੁੱਲ ਦੇ ਵਿੱਚ ਕਮੀ ਜੋ ਕਿ 21000 ਰੁਪਏ ਦਾ 5% ਹੈ। ਹੁਣ ਅਸੀਂ ਲਿਖਦੇ ਹਾਂ 21000 ਅਤੇ ਦਾ ਦੀ ਜਗ੍ਹਾ ਤੇ ਅਸੀਂ ਗੁਣਾ ਦਾ ਨਿਸ਼ਾਨ ਵਰਤਦੇ ਹਾਂ। 5% ਨੂੰ ਅਸੀਂ 5/100 ਲਿਖ ਲੈਂਦੇ ਹਾਂ। ਹੁਣ 20 ਨਾਲ ਕੱਟ ਦਿੰਦੇ ਹਾਂ। ਇਸ ਤਰ੍ਹਾਂ 210 ਗੁਣਾ 5 ਅਤੇ 210 ਨੂੰ 5 ਨਾਲ ਗੁਣਾ ਕਰਨ ਤੇ 1050 ਰੁਪਏ ਪ੍ਰਾਪਤ ਹੋਇਆ। ਅਰਥਾਤ ਮੁੱਲ ਵਿੱਚ 1050 ਰੁਪਏ ਦੀ ਕਮੀ ਆਈ। ਹੁਣ 1 ਸਾਲ ਬਾਅਦ ਟੀਵੀ ਦਾ ਮੁੱਲ, ਕਿਉਂਕਿ ਟੀਵੀ ਦਾ ਮੁੱਲ ਘਟ ਗਿਆ ਹੈ, ਇਸ ਲਈ ਅਸੀਂ ਮੂਲਧਨ 21000 ਦੇ ਵਿੱਚੋਂ 1050 ਘਟਾ ਦੇਵਾਂਗੇ ਅਤੇ 21000 ਵਿੱਚੋਂ 1050 ਘਟਾਉਣ ਤੇ 19950 ਰੁਪਏ। ਇਸ ਤਰ੍ਹਾਂ ਟੀਵੀ ਦਾ 1 ਸਾਲ ਬਾਅਦ ਮੁੱਲ 19950 ਰੁਪਏ ਹੋਵੇਗਾ। ਪਿਆਰੇ ਬੱਚਿਓ, ਜੋ ਟੌਪਿਕਸ ਅਸੀਂ ਅੱਜ ਕੀਤੇ ਉਹਨਾਂ ਤੇ ਆਧਾਰਿਤ ਕੁਝ ਕੁਐਸਚਨਸ ਹਨ। ਕੁਐਸਚਨ ਨੰਬਰ 1, 10000 ਰੁਪਏ ਦਾ 10% ਸਾਲਾਨਾ ਦਰ ਨਾਲ 2 ਸਾਲ ਦਾ ਸਧਾਰਨ ਵਿਆਜ ਪਤਾ ਕਰੋ। ਕੁਐਸਚਨ ਨੰਬਰ 2, 20000 ਰੁਪਏ ਦਾ 10% ਦਰ ਤੇ ਸਾਲਾਨਾ ਜੋੜਨ ਤੇ 2 ਸਾਲਾਂ ਦਾ ਮਿਸ਼ਰਤਨ ਕੁੱਲ ਰਾਸ਼ੀ ਪਤਾ ਕਰੋ। ਕੁਐਸਚਨ ਨੰਬਰ 3, 8000 ਰੁਪਏ ਦਾ 2 ਸਾਲ ਲਈ 5% ਸਾਲਾਨਾ ਦਰ ਨਾਲ ਮਿਸ਼ਰ ਵਿਆਜ ਪਤਾ ਕਰੋ। ਕੁਐਸਚਨ ਨੰਬਰ 4, 10500 ਰੁਪਏ ਦੇ ਇੱਕ ਮੁੱਲ ਦੀ ਇੱਕ ਮਸ਼ੀਨ ਦਾ 5% ਦੀ ਦਰ ਨਾਲ ਮੁੱਲ ਘਟਦਾ ਹੈ। 1 ਸਾਲ ਬਾਅਦ ਇਸ ਦਾ ਮੁੱਲ ਪਤਾ ਕਰੋ। ਪਿਆਰੇ ਬੱਚਿਓ, ਇਹ ਕੁਐਸਚਨ ਤੁਸੀਂ ਆਪਣੀਆਂ ਕਾਪੀਆਂ ਤੇ ਕਰਨੇ ਹਨ ਅਤੇ ਆਪਣੇ ਅਧਿਆਪਕ ਸਹਿਬਾਨ ਤੋਂ ਚੈੱਕ ਕਰਵਾ ਲੈਣੇ ਹਨ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।